बिस्मिल्लाहिर्रहमानिर्रहीम। मोहम्मद सरफराज जी इस वेले फिर दोस्तों की खिदमत हाज़र हाँ। तो मैं मौजूद हाँ नूरपुरी तिबिया कॉलेज गोजरा। ये कॉलेज जिहड़ा ना जी ये है मुहम्मदपुरा भी कहते इस पिंड नूं और भगतपुरा इहदा नां सी, लेकिन गोजरे दे बिल्कुल विच ही आ गया हुण बाईपास दे अंदर। तो मेरे नाल ने हाफिज़ हकीम मोहम्मद शहजाद साहब, तो इन्हां नाल गल करदे हां। हकीम साहब सलाम अलैकुम जी। हाफिज़ साहब वालेकुम अस्सलाम जनाब रहमतुल्लाहि व बरकातुहू। हाफिज़ साहब तुसीं इस कॉलेज की करना है? ਅਸੀਂ ਜਨਾਬ ਅੱਜ ਤੋਂ 4 ਸਾਲ ਪਹਿਲੇ ਜਿਹੜਾ ਨਾ ਜੀ ਇੱਥੇ ਦਾਖਲਾ ਲਿਆ ਸੀ, ਅੱਛਾ। ਐਡਮਿਸ਼ਨ ਲਿਆ ਸੀ ਨੂਰਪੁਰੀ ਤਿਬੀਆ ਕਾਲਜ ਗੋਜਰੇ ਦੇ ਵਿੱਚ ਹਕੀਮ ਬਣਨ ਵਾਸਤੇ। ਹਕੀਮ ਬਣਨ ਵਾਸਤੇ ਜੀ। ਹੁਣ ਤੁਸੀਂ ਕਿੱਥੇ ਤੱਕ ਪਹੁੰਚੇ? ਮੇਰਾ ਜਿਹੜਾ ਨਾ ਜੀ 4th ਈਅਰ ਜਿਹੜਾ ਸੀਗਾ ਮੁਕੰਮਲ ਹੋ ਗਿਆ ਜੀ। ਰਜਿਸਟ੍ਰੇਸ਼ਨ ਬਸ ਬਾਕੀ ਆ, ਉਸ ਤੋਂ ਬਾਅਦ ਅਸੀਂ ਜਿਹੜਾ ਕੁਆਲੀਫਾਈਡ ਹਕੀਮ ਜਿਹੜਾ ਹੋ ਜਾਵਾਂਗੇ। ਤੁਸੀਂ ਰਜਿਸਟਰਡ ਪ੍ਰੈਕਟੀਸ਼ਨਰ ਹੋ ਜਾਓਗੇ ਜੀ। ਅੱਛਾ ਜੀ। ਇਹ ਕਾਲਜ ਜਿਹੜਾ ਆ ਇਹਦੇ ਵਿੱਚ ਦਾਖਲਾ ਲੈਣ ਲਈ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਜੀ? ਇਹ ਫਾਜ਼ਿਲੇ ਤਿੱਬੁਲ ਜਰਾਹਤ ਦੇ ਵਿੱਚ ਯੂਨਾਨੀ ਮੈਡੀਸਨ ਦੇ ਵਿੱਚ ਦਾਖਲਾ ਲੈਣ ਵਾਸਤੇ ਤੁਹਾਨੂੰ ਜਿਹੜੀ ਮੈਟ੍ਰਿਕ ਤਲੀਮ ਜਿਹੜੀ ਸਾਇੰਸ ਦੇ ਨਾਲ ਜਿਹੜਾ ਨਾ ਜੀ ਹੋਣਾ ਜ਼ਰੂਰੀ ਹੈ ਜੀ ਇਹ। ਅੱਛਾ ਜੀ। ਤੇ ਅਮੂਮਨ ਕਦੋਂ ਹੁੰਦਾ ਇਹਨਾਂ ਦਾ ਦਾਖਲਾ? ਇਹ ਦਾਖਲੇ ਜਿਹੜੇ ਆ ਜੀ ਨਵੰਬਰ ਦਸੰਬਰ ਦੇ ਵਿੱਚ ਜਿਹੜਾ ਨਾ ਜੀ ਇਹਨਾਂ ਦੇ ਦਾਖਲੇ ਜਾ ਰਹੇ ਹੁੰਦੇ ਆ, ਲੇਕਿਨ ਫਰਵਰੀ ਤੱਕ ਜਿਹੜਾ ਨਾ ਲੇਟ ਫੀਸ ਦੇ ਨਾਲ ਜਾਂਦੇ ਫਿਰ। ਫੀਸ ਦੇ ਨਾਲ ਜਾਂਦੇ ਰਹਿੰਦੇ। ਅੱਛਾ। ਤੁਹਾਡੇ ਹਰ ਹਕੀਮ ਜਿਹੜਾ ਨਾ ਜੀ ਦਾਖਲਾ ਲੈਣ ਆਉਂਦਾ ਉਹਦਾ ਕੋਈ ਨਾ ਕੋਈ ਤਿਬ ਦੇ ਨਾਲ ਤਲਕ ਹੁੰਦਾ, ਕੋਈ ਖਾਨਦਾਨੀ ਹੁੰਦਾ, ਕੋਈ ਕਿਸੇ ਦਾ ਹੁੰਦਾ। ਜਿਸ ਸਿਲਸਿਲੇ ਨਾਲ ਤੁਸੀਂ ਮੁਨਸਲਕ ਆ ਉਹ ਕਾਹਦਾ ਇਲਾਜ ਕਰਦਾ ਜੀ? ਇੱਥੇ ਹਕੀਮ ਇਖਤਿਆਰ ਨਵੀਦ ਸਾਹਿਬ ਸਦਰ ਪੰਜਾਬ ਨੇ ਤਿੱਬੀ ਕੌਂਸਲ ਦੇ ਜੀ, ਤੇ ਮਾਸ਼ਾਅੱਲਾ ਬਹੁਤ ਹੀ ਕੁਆਲੀਫਾਈਡ ਹਕੀਮ ਨੇ। ਤੇ ਅਮਰੀਕਾ ਤੋਂ ਖਾਸ ਕਰਕੇ ਸਪੈਸ਼ਲ ਵਾਸਤੇ ਜਿਹੜਾ ਨਾ ਉਹ ਹਿਕਮਤ ਦੇ ਅਰੂਜ ਵਾਸਤੇ ਜਿਹੜਾ ਤਿੱਬ ਦੇ ਅਰੂਜ ਵਾਸਤੇ ਪਾਕਿਸਤਾਨ ਆਏ। ਇੱਥੋਂ ਅਮਰੀਕਾ ਚਲੇ ਗਏ ਸੀਗੇ ਤੇ ਅਮਰੀਕਾ ਤੋਂ ਵਾਪਸੀ 'ਤੇ ਆ ਕੇ ਉਹਨਾਂ ਨੇ ਆਪਣਾ ਸਾਰਾ ਉੱਥੇ ਕਾਰੋਬਾਰ ਨਿਜ਼ਾਮ ਜਿਹੜਾ ਸੀ ਸਾਰਾ ਉੱਥੇ ਛੋੜ ਕੇ ਸਿਰਫ ਮਖਲੂਕ ਖੁਦਾ ਦੀ ਖਿਦਮਤ ਕਰਨ ਵਾਸਤੇ ਜਿਹੜਾ ਨਾ ਉਹ ਪਾਕਿਸਤਾਨ ਗੋਜਰਾ ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ ਟੇਕ ਸਿੰਘ ਦੇ ਵਿੱਚ ਤਸ਼ਰੀਫ ਲੈ ਕੇ ਆਏ। ਤੇ ਮਾਸ਼ਾਅੱਲਾ ਉਹਨਾਂ ਨੇ ਇੱਥੇ ਆ ਕੇ ਕਾਲਜ ਬਣਾਇਆ ਜੀ, ਤੇ ਜਿਹੜਾ ਬਹੁਤ ਹੀ ਪਿਆਰੇ ਅੰਦਾਜ਼ ਮੁਨੱਜ਼ਮ ਤਰੀਕੇ ਦੇ ਨਾਲ ਉਹਨੂੰ ਚਲਾ ਰਹੇ ਨੇ ਉਹ। ਤੇ ਮਾਸ਼ਾਅੱਲਾ ਕਾਫੀ ਸਾਰੇ ਤੁਲਬਾ ਵੀ ਹੈ ਨੇ ਤੇ ਬਹੁਤ ਸਾਰੇ ਲੋਕ ਸ਼ੌਕਰ ਖਾਂਦੇ ਨੇ ਤਿੱਬੁਲ ਜਰਾਹਤ ਦਾ। ਲੇਕਿਨ ਮੇਰੀ ਅਪੀਲ ਹੈ ਕਿ ਜਿਹੜਾ ਤਿੱਬ ਦਾ ਫਰੋਗ ਆ ਗੌਰਮੈਂਟੀ ਲੈਵਲ 'ਤੇ ਜਿਹੜਾ ਵਾ ਬਹੁਤ ਸਾਰਾ ਜਿਹੜਾ ਘਟ ਗਿਆ ਜੇ। ਅਤੇ ਮੇਰੀ ਜਿਹੜੇ ਵਕਤ ਦੇ ਹੁਕਮਰਾਨ ਜੇ ਉਹਨਾਂ ਦੇ ਅੱਗੇ ਅਪੀਲ ਹੈ ਕਿ ਤਿੱਬ ਨੂੰ ਜਿਹਨਾਂ ਜ਼ਿਆਦਾ ਤੋਂ ਜ਼ਿਆਦਾ ਫਰੋਗ ਦਿੱਤਾ ਜਾਏ, ਇਹਨਾਂ ਨੂੰ ਸਹੂਲੀਅਤ ਜੇ ਦਿੱਤੀ ਜਾਣ ਜਿਸ ਤਰ੍ਹਾਂ ਦੂਸਰੇ ਡਾਕਟਰ ਹਜ਼ਰਾਤ ਨੂੰ ਦਿੱਤੀਆਂ ਜਾ ਰਹੀਆਂ ਜੇ। ਲੇਕਿਨ ਹਰ ਤਰ੍ਹਾਂ ਦੀ ਕੋਸ਼ਿਸ਼ ਇਹ ਹੋ ਰਹੀ ਆ ਕਿ ਤਿੱਬ ਨੂੰ ਜਿਹੜਾ ਨਾ ਅਸੀਂ ਖ਼ਤਮ ਕੀਤਾ ਜਾਏ, ਲੇਕਿਨ ਇਹ ਪੈਗੰਬਰਾਨਾ ਫਨ ਹੈ, ਇਹ ਕਦੀ ਖ਼ਤਮ ਨਹੀਂ ਹੋ ਸਕਦਾ। ਠੀਕ ਹੈ। ਅਤੇ ਮੇਰੀ ਹਕੂਮਤ ਅੱਗੇ ਅਪੀਲ ਆ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਇਹਨੂੰ ਤਰਜੀਹ ਦਿੱਤੀ ਜਾਵੇ। ਅਤੇ ਜਿਹੜੀਆਂ ਸੀਟਾਂ ਜਿਹੜੀਆਂ ਸੀਗੀਆਂ ਹਸਪਤਾਲਾਂ ਦੇ ਵਿੱਚ ਕੁਆਲੀਫਾਈਡ ਹਕੀਮ ਤਬੀਬ ਜਿਹੜੇ ਸੀਗੇ ਉਹਨਾਂ ਦੀਆਂ ਸੀਟਾਂ ਸੀਗੀਆਂ ਉਹ ਜਿਹੜੇ ਵੀ ਰਿਟਾਇਰ ਹੋ ਰਹੇ ਨੇ ਉਹਨਾਂ ਨੂੰ ਉਸ ਤੋਂ ਬਾਅਦ ਜਿਹੜਾ ਨਾ ਜੀ ਖ਼ਤਮ ਕੀਤਾ ਜਾ ਰਿਹਾ। ਨਵੇਂ ਜਿਹੜੇ ਕੁਆਲੀਫਾਈਡ ਤਬੀਬ ਹਸਪਤਾਲਾਂ ਦੇ ਵਿੱਚ ਭਰਤੀ ਨਹੀਂ ਕੀਤੇ ਜਾ ਰਹੇ। ਅਤੇ ਮੇਰੀ ਹਕੂਮਤ ਅੱਗੇ ਅਪੀਲ ਹੈ ਕਿ ਇਸ ਨੂੰ ਫਰੋਗ ਦਿੱਤਾ ਜਾਵੇ। ਔਰ ਕਾਬਲ ਹਕੀਮ ਮਾਸ਼ਾਅੱਲਾ ਬਹੁਤ ਜ਼ਿਆਦਾ ਹੈ ਨੇ, ਉਹਨਾਂ ਦਾ ਇੰਟਰਵਿਊ ਲੈ ਕੇ ਮੈਰਿਟ ਦੀ ਬੇਸ 'ਤੇ ਜਿਹੜਾ ਨਾ ਜੀ ਇਨਸ਼ਾਅੱਲਾ ਉਹਨਾਂ ਨੂੰ ਭਰਤੀ ਕਰਨ ਔਰ ਬਹੁਤ ਜ਼ਿਆਦਾ ਅੱਛੇ ਜਿਹੜਾ ਨਾ ਰਿਜ਼ਲਟ ਪਾਉਣਗੇ। मेरी तमाम हुकूमती नुमाइंदगान वजारत सेहत और जितने भी वफाकी इदारे हैं सेहत के मतलब हैं जो भी इसमें तावन कर सकते हैं वो लाजमी करें। सर ये तो हो गया तुहाडा मुतालबा जी। हुण मेरा सवाल अगला ये है कि हर हकीम या हकीम का खानदान जो कोई ना कोई इलाज करता ਤੁਹਾਡੇ ਬਾਰੇ ਕੀ ਮਸ਼ਹੂਰ ਹੈ ਜੀ? ਮੈਂ ਐਜ਼ ਏ ਸਟੂਡੈਂਟ ਜਿਹੜਾ ਨਾ ਜੀ ਰਿਸਰਚ ਕੀਤੀ ਜੇ ਖਾਰਸ਼ ਤੇ ਉਹ ਮੈਂ ਇਸ ਕਰਕੇ ਫੀਲ ਕੀਤਾ ਕਿ 2-3 ਸਾਲ ਤੋਂ ਜਿਹੜਾ ਨਾ ਉਹ ਬਾਈ ਅਮਰਾਜ਼ ਦੀ ਤਰਫ ਤੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ ਸੀ। ਕਰੋਨਾ ਹੋ ਗਿਆ ਜਾਂ ਕੋਈ ਇਸ ਤਰ੍ਹਾਂ ਦੇ ਮਾਮਲਾਤ ਹੋ ਗਏ, ਲੇਕਿਨ ਖਾਰਿਸ਼ ਜਿਹੜੀ ਹੈ ਇਹ ਬਹੁਤ ਜ਼ਿਆਦਾ ਜਿਹੜੀ ਸੀ ਨਾ ਇਸ ਮੁਲਕ ਦੇ ਵਿੱਚ ਜਿਹੜਾ ਨਾ ਜੀ ਪਾਈ ਜਾ ਰਹੀ ਜੇ और आज भी ये है। ठीक है। लेकिन बहुत मेरे घर में भी कुछ अफराद थे जो ना इस मर्ज़ में मुब्तला हो गए थे, लेकिन वो जो है ना वो ज़्यादा जो पढ़े लिखे होते हैं वो ज़्यादातर जो ना वो डॉक्टर का इंतखाब करते हैं। तो मेरे भाई भी हैं जो मोहम्मद उस्मान है इस टाइम पंजाब कॉलेज लाहौर में वो प्रोफेसर हैं, उन्होंने भी स्किन स्पेशलिस्ट का इंतखाब किया। लेकिन मैंने अपनी वालदा को और भी मरीज़ से उनको इंजेक्शन जो है ना वो 1200 रुपये का भी लगाया। लेकिन आखिर तंग आकर मैंने खुद तहकीक करना शुरू की। प्रोफेसर मोहम्मद इख्तियार अहमद नवीद साहब और इधर हमारे एक और हकीम साहब हैं बहुत ही काबिल हैं, सैयद मोहम्मद बाकमाल हयात शाह साहब, वो सजादा नशीन है वाल्टन शरीफ लाहौर में। इन दोनों असातिज़ा की रहनुमाई ने मैंने तहकीक की है, लेकिन खारिश पे जो है ना वो मुकम्मल मुझे ना अबूर हासिल कर लिया मैंने। खारिश का इलाज कर लेते? जी मैं कर लेता हूँ।
और कहते सड़े सुड़े का भी कर लेने? जी जी, सड़े भी मैंने मुकम्मल तहकीक की है। तो मेरे पास मरीज़ कुछ ऐसे आए थे सड़े हुए, आग से सड़ गया हो, पानी से सड़ गया हो, किसी भी चीज़ से, करंट लगने से सड़ गया हो, ठीक है। वो मेरे पास आए थे, उनके ना यहाँ पे जो छाले वगैरह निकल जाते हैं जिसम पे सड़ने के बाद, ठीक है। मैंने उनका इलाज किया है, लेकिन अक्सर देखा गया है कि जो सड़ा हुआ होता है उसका इलाज करने के बाद जिस्म पे जो है ना, जिल्द पे वो निशान रह जाता है। या तो वो जिल्द डैमेज हो जाती है, मर्द ज़ख़म ठीक हो जाता है, लेकिन जिल्द जो है वो डैमेज होती है। इंशाल्लाह मैंने ऐसा इलाज जो है वो इस पे तहकीक की है। जले हुए का इलाज जो है ना, वो इंशाल्लाह 10 दिन के अंदर मरीज़ जो ठीक हो जाता है और उसकी जिल्द जो है वो उसके निशान भी नहीं रहता, यहाँ तक कि उसके जिल्द के ऊपर बाल भी उगते हैं। वाह जी वाह, हाफिज़ साहब सलामत रहो। ਤੁਸੀਂ ਜਲੇ ਹੋਏ ਦਾ ਬੇਦਾਗ ਇਲਾਜ ਕਰਦੇ जी। ਹਾਫਿਜ਼ ਸਾਹਿਬ ਆਪਣਾ ਨੰਬਰ ਬੋਲ ਦਿਓ। 0306 0306 1410 1410 277। 277। ਹਾਫਿਜ਼ ਸਾਹਿਬ ਬਹੁਤ ਬਹੁਤ ਸ਼ੁਕਰੀਆ। जज़ाकल्लाह जी।